ਕਲਾ ਦੇ ਅੰਗ ਸੰਗ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਮੋਹਨ ਗਿੱਲ ਹਾਜ਼ਰ ਹੈ ਇੱਕ ਹੋਰ ਸੈਗਮੈਂਟ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਦਵਾਨ ਸ਼ਖਸੀਅਤਾਂ, ਕਲਾਮਈ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਹਾਂ। ਅਸੀਂ ਇਹ ਜਾਣਦੇ ਹਾਂ ਕਿ ਉਹ ਜਿਸ ਕਲਾ ਦੇ ਵਿੱਚ ਲਿਖਦੇ ਆ ਜਾਂ ਕਲਾ ਨੂੰ ਉਹਨਾਂ ਨੇ ਆਪਣੇ ਸਮਾਜ ਨੂੰ ਦਿੱਤਾ ਹੈਗਾ, ਕਿੱਥੋਂ ਚੱਲੇ, ਕਿਵੇਂ ਪਹੁੰਚੇ, ਕੀ ਉਹਨਾਂ ਨੂੰ ਰਸਤੇ ਵਿੱਚ ਰੁਕਾਵਟਾਂ ਆਈਆਂ, ਕਿਸ ਤਰ੍ਹਾਂ ਕਿਹਨਾਂ ਤੋਂ ਇੰਸਪਾਇਰ ਹੋਏ, ਉਹ ਗੱਲਬਾਤ ਅਸੀਂ ਕਰਦੇ ਹਾਂ। ਅੱਜ ਮੈਨੂੰ ਬੜਾ ਮਾਣ ਅਤੇ ਖੁਸ਼ੀ ਆ ਕਿ ਸਾਡੇ ਕੈਨੇਡਾ ਵਾਸੀ ਲੇਖਕ ਹਰਚੰਦ ਸਿੰਘ ਬਾਗੜੀ ਸਟੂਡੀਓ ਦੇ ਵਿੱਚ ਆਏ ਹੋਏ ਨੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਹਰਚੰਦ ਸਿੰਘ ਬਾਗੜੀ ਜੀ, ਕਲਾ ਦੇ ਅੰਗ ਸੰਗ ਵਿੱਚ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਆਪਣੇ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਗੁਰੂ ਫਤਿਹ। ਤੁਸੀਂ ਇੱਕ ਛੋਟੇ ਜਿਹੇ ਪਿੰਡ ਫਰਵਾਹੀ ਦੇ ਵਿੱਚ ਪੈਦਾ ਹੋ ਕੇ ਉੱਥੋਂ ਮਲੇਰਕੋਟਲੇ ਕਾਲਜ ਦੇ ਵਿੱਚ ਵੀ ਪੜ੍ਹੇ, ਹਾਕੀ ਵੀ ਖੇਡੀ ਅਤੇ ਫਿਰ ਵੱਡੀ ਛਾਲ ਮਾਰ ਕੇ ਸਮੁੰਦਰ ਪਾਰ ਕਰਕੇ ਕੈਨੇਡਾ ਵੀ ਪਹੁੰਚ ਗਏ। ਇਹ ਗੱਲਾਂ ਨੂੰ ਵਿਸਤਾਰ 'ਚ ਆਪਾਂ ਕਰਦੇ ਹਾਂ। ਪਹਿਲਾਂ ਥੋੜ੍ਹਾ ਜਿਹਾ ਆਪਣੇ ਬਚਪਨ ਬਾਰੇ, ਪਿਛੋਕੜ ਬਾਰੇ ਦੱਸੋ, ਜਦ ਕਿ ਬਚਪਨ ਅਤੇ ਆਪਣੀ ਜੀਵਨੀ ਤੁਸੀਂ ਆਪ ਵੀ ਲਿਖ ਚੁੱਕੇ ਹੋ। ਗਿੱਲ ਸਾਹਿਬ, ਬਚਪਨ ਜੇ ਆਮ ਹੈਗਾ ਵੀ ਇੱਕ ਕਿਸਾਨੀ ਪਰਿਵਾਰ ਦੇ ਵਿੱਚ ਜਨਮ ਲਿਆ, ਵੱਡਾ ਪਰਿਵਾਰ ਸੀਗਾ। ਅਤੇ ਉਦੋਂ ਸਾਡਾ ਆਪਣੇ ਰਿਵਾਜ ਹੁੰਦਾ ਸੀਗਾ ਬਈ ਜਿਹੜਾ ਮੁੰਡਾ ਥੋੜ੍ਹਾ ਵੱਡਾ ਹੋਇਆ ਉਹਨੂੰ ਸੋਟੀ ਫੜਾਉਂਦੇ ਸੀ ਜਾਂ ਡੰਗਰ ਚਾਰ ਕੇ ਲਿਆ। ਉਹ ਡੰਗਰ ਚਾਰਦਾ ਸੀ, ਉਹ ਥੋੜ੍ਹਾ ਜਿਹਾ ਗੱਭਰੂ ਹੋ ਜਾਂਦਾ ਸੀ ਅਤੇ ਉਹਨੂੰ ਹਲ ਫੜਾਉਂਦੇ ਸੀ। ਉਦੋਂ ਛੋਟੇ ਨੂੰ ਛੋਟੀ ਫੜਾਉਂਦੇ ਸੀ। ਇੱਦਾਂ ਸਿਸਟਮ ਚੱਲਦਾ ਰਹਿੰਦਾ ਸੀਗਾ। ਅਤੇ ਮੇਰੀ ਖੁਸ਼ਕਿਸਮਤੀ ਸਮਝ ਲਓ ਵੀ ਮੇਰਾ ਜਿਹੜਾ ਮੇਰੇ ਤੋਂ ਛੋਟਾ ਭਰਾ ਸੀ ਅਤੇ ਉਹਨੂੰ ਵੀ ਪੜ੍ਹਨ ਲਾਇਆ। ਉਹ ਕਹਿੰਦਾ ਮੈਂ ਨਹੀਂ ਪੜ੍ਹਨਾ। ਅੱਛਾ। ਅੜ ਗਿਆ, ਛੱਡ ਕੇ ਆਇਆ ਕਰਨ, ਰੋਇਆ ਕਰੇ। ਚਲੋ, ਉਹ ਵੱਡੇ ਭਰਾ ਜਦੋਂ ਖੇਤੀ ਕਰਨ ਦੇ ਯੋਗ ਹੋ ਗਿਆ ਅਤੇ ਉਹਨੇ ਸੋਟੀ ਫੜ ਲਈ ਅਤੇ ਮੈਂ ਥੋੜ੍ਹਾ ਜਿਹਾ, ਮੈਨੂੰ ਟਾਈਮ ਮਿਲ ਗਿਆ ਅਤੇ ਮੈਨੂੰ ਸਕੂਲ ਜਾਣ ਦਾ ਮੌਕਾ ਮਿਲ ਗਿਆ। ਅਤੇ ਉਹਦੇ ਨਾਲ ਅੱਜ ਹੋਰ ਉਹ ਮੌਕੇ ਕਰਕੇ ਅੱਜ ਦੇ ਇੱਥੇ ਤੁਹਾਡੇ ਕੋਲ ਬੈਠੇ ਹਾਂ ਜੀ, ਕੈਨੇਡਾ ਦੇ ਵਿੱਚ। ਤੁਹਾਡੇ ਭਰਾ ਦੇ ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ। ਉਹਦਾ ਮੈਂ ਬਹੁਤ ਧੰਨਵਾਦੀ ਸੀਗਾ। ਹੁਣ ਤੱਕ ਵੀ ਉਹ ਚਾਹੇ ਦੁਨੀਆ ਦੇ ਵਿੱਚ ਨਹੀਂ ਰਿਹਾ ਹੁਣ। ਅੱਛਾ ਅੱਛਾ। ਅਤੇ ਉਹਨੇ ਦਰਅਸਲ ਮੈਨੂੰ ਪੜ੍ਹਾਤਾ। ਅਤੇ ਉਹਨਾਂ ਦੀ ਬਦੌਲਤ ਉਹਨਾਂ ਨੇ ਕੰਮ ਸੰਭਾਲ ਲਿਆ ਅਤੇ ਤੁਹਾਨੂੰ ਮੌਕਾ ਦਿੱਤਾ। ਹਾਂਜੀ, ਉਹਨੇ ਸੋਟੀ ਫੜ ਲਈ, ਉਹ ਡੰਗਰ ਚਾਰ ਲੱਗ ਗਿਆ ਅਤੇ ਆਪਾਂ ਨੂੰ ਮੌਕਾ ਮਿਲ ਗਿਆ। ਅਤੇ ਸਾਡੇ ਪਿੰਡ ਦਾ ਸਕੂਲ ਹੈ ਨਹੀਂ ਸੀ ਉਦੋਂ, ਅਤੇ ਨਾਲ ਦਾ ਪਿੰਡ ਸੀ ਮੁਬਾਰਕਪੁਰ ਚੂੰਗਾ, ਉੱਥੇ ਮੁੰਡੇ ਜਾਂਦੇ ਹੁੰਦੇ ਸੀਗੇ। ਅਤੇ ਪਹਿਲਾਂ ਤਾਂ ਉੱਥੇ ਸਕੂਲ ਦੇ ਵਿੱਚ ਨਾਂ ਲਾਇਆ ਪੜ੍ਹਨ ਮੈਨੂੰ ਵੀ ਅੰਗਰੇਜ਼ਾਂ ਦਾ ਸਕੂਲ ਹੈ, ਇਹ ਸਕੂਲ ਜਾ ਕੇ ਬੱਚੇ ਨਾਸਤਕ ਹੋ ਜਾਂਦੇ ਆ। ਅੱਛਾ। ਮੈਨੂੰ ਡੇਰੇ ਉੱਥੇ ਚੂੰਗੀ ਪੜ੍ਹਨ ਲਾਤਾ। ਇੱਕ ਮੁੰਡਾ ਹੋਰ ਹੁੰਦਾ ਸੀਗਾ। ਅਸੀਂ ਉੱਥੇ ਜਾਣਾ ਅਤੇ ਸੰਤਾਂ ਨੇ ਕਹਿਣਾ ਚੰਦਰਾਮ ਜੀ, ਪੂਰਨ ਚੰਦ ਜੀ, ਜਾਓ ਗਜਾ ਕਰਕੇ ਆਓ। ਅੱਛਾ, ਉਹ ਵੀ ਕਰਦੇ ਰਹੇ? ਹਾਂ। ਉਹਨੇ ਦਾਲ ਵਾਲੀ ਬਾਲਟੀ ਫੜ ਲੈਣੀ ਅਤੇ ਮੈਂ ਪੂਣਾ ਫੜ ਲੈਣਾ। ਅੱਛਾ। ਅਤੇ ਉਹਨੇ ਦਾਲ ਪਵਾਈ ਜਾਣੀ, ਮੈਂ ਰੋਟੀ ਪਵਾਈ ਜਾਣੀ ਆ। ਪਹਿਲਾਂ ਦੁੱਧ ਇਕੱਠਾ ਕਰਕੇ ਲਿਆਉਣਾ। ਅਤੇ ਜਦੋਂ ਫਿਰ ਉੱਥੇ ਹੀ ਮੈਂ ਕੂੜਾ ਆੜਾ ਉਹਦੇ 'ਤੇ ਮਿੱਟੀ 'ਤੇ ਲਿਖ ਕੇ ਸੁਆਹ ਦੇ ਉੱਤੇ, ਸੁਆਹ ਨੂੰ ਕਰਕੇ ਸਿੱਧੀ ਹੈ? ਹਾਂਜੀ, ਸੁਆਹ ਕਰਕੇ। ਅੱਛਾ, ਉਹ ਲਿਖਦੇ ਰਹੇ ਤੁਸੀਂ? ਊੜਾ ਆੜਾ ਵੀ ਜਦੋਂ ਐਜੂਕੇਸ਼ਨ ਧਰਤੀ ਮਾਂ ਤੋਂ ਸ਼ੁਰੂ ਕੀਤੀ ਹੈ। ਨਾ ਉਦੋਂ ਕਾਪੀ ਹੁੰਦੀ ਸੀ, ਨਾ ਫੱਟੀ ਹੁੰਦੀ ਸੀ। ਅਤੇ ਉਦੋਂ ਬਾਅਦ ਸਲੇਟਾਂ ਆਈਆਂ। ਉਹ ਫਿਰ ਸਲੇਟ ਦੇ ਨਾਲ ਉੱਤੇ ਲਿਖਣਾ ਅਤੇ ਉਹਨੂੰ ਮਟੇਨ ਦਾ ਤਰੀਕਾ ਤੁਹਾਨੂੰ ਪਤਾ ਹੀ ਆ, ਥੁੱਕਿਆ ਅਤੇ ਕਰ ਲਿਆ। ਆਹ ਪੋਜੀਸ਼ਨਾਂ ਦੇ ਵਿੱਚ ਅਸੀਂ। ਬਾਕੀ ਫੱਟੀ ਆਪਣੇ ਕੋਲ ਹੁੰਦੀ ਸੀ, ਉਹਦੇ 'ਤੇ ਗਾਚੀ ਮਲਦੇ ਸੀ। ਅਤੇ ਫੱਟੀ ਜਦੋਂ ਆਉਣੀ ਤਾਂ ਰਾਜ ਦੇ ਟੋਭਾ ਆਉਂਦਾ ਸੀਗਾ, ਧੀਆਂ ਟੋਭਾ ਕਹਿੰਦੇ ਸੀਗੇ। ਅਤੇ ਉੱਥੇ ਆ ਕੇ ਫੱਟੀ ਉਸ ਜਿਹੜੇ ਲਿਖਿਆ ਹੁੰਦਾ ਸੀ ਧੋ ਦੇਣੀ ਅਤੇ ਨਵੀਂ ਪੋਚ ਕੇ ਘਰੇ ਆਉਂਦਾ। ਇੱਕ ਗੱਲ ਮੈਂ ਇਹ ਸਮਝਦਾ ਵੀ ਜਿਹੜੇ ਉਸ ਸਮੇਂ ਦੇ ਵਿੱਚ ਖੂਬਸੂਰਤ ਗੱਲ ਇਹ ਸੀ ਵੀ ਇੱਕ ਬੱਚੇ ਨੂੰ ਸਿਰਫ ਅੱਜ ਕੱਲ੍ਹ ਖਿਡੌਣਾ ਬਣਿਆ ਬਣਾਇਆ ਮਿਲ ਜਾਂਦਾ, ਬੱਚੇ ਦਾ ਫੇਰ ਮਨ ਭਰਿਆ ਹੋਰ ਨਵਾਂ ਲਿਆ ਤਾਂ ਉਸ ਵੇਲੇ ਸਾਰਾ ਕੁਛ ਆਪ ਕਰਨਾ। ਅਸੀਂ ਖਿਡੌਣੇ ਵੀ ਮਿੱਟੀ ਦੇ ਆਪ ਬਣਾਉਂਦੇ ਸੀਗੇ, ਜਦੋਂ ਟੁੱਟ ਜਾਂਦੇ ਸੀ ਫੇਰ ਦੁਬਾਰਾ ਆਪ ਬਣਾਉਂਦੇ ਸੀ। ਆਪਣੀ ਕਾਪੀ ਵੀ ਜਿਵੇਂ ਫੱਟੀ ਆਪ ਤਿਆਰ ਕਰਦੇ ਸੀ। ਔਰ ਫਿਰ ਜਿਹੜੀ ਸ਼ਾਹੀ ਸੀਗੀ ਉਹ ਮਿਲਦੀ ਸੀ ਅਤੇ ਉਹਦੇ ਵਿੱਚ ਪਾ ਕੇ, ਪਾਣੀ ਪਾ ਕੇ ਨਾਲ ਆਪਣੇ ਆਪ ਸ਼ਾਹੀ ਬਣਾਉਂਦੇ ਸੀ। ਇੱਕ ਦਵਾਤ ਹੁੰਦੀ ਸੀ, ਇੱਕ ਮੁੜੀ ਚੋਰ ਦਵਾਤ ਹੁੰਦੀ ਸੀ, ਜੋ ਟੇਢੀ ਵੀ ਹੋ ਜੇ ਤਾਂ ਡੁੱਲਦੀ ਨਹੀਂ ਸੀ। ਉਹਦੇ ਉੱਤੇ ਰਬੜ ਦਾ ਢੱਕਣ ਲੱਗ ਜਾਂਦਾ ਸੀ ਨਾ,
ਤੇ ਉਹਦੇ ਵਿੱਚ ਲੀਰ ਪਾ ਲੈਂਦੇ ਸੀਗੇ। ਉਹ ਜਿਹੜੀ ਸਿਆਹੀ ਹੁੰਦੀ ਸੀ ਉਹ ਲੀਰ ਦੇ ਵਿੱਚ ਹੀ ਰਹਿੰਦੀ ਸੀ, ਉਹ ਡੁੱਲਦੀ ਨਹੀਂ ਸੀ। ਔਰ ਫਿਰ ਕਾਨੇ ਦੀ ਕਲਮ ਵੀ ਆਪ ਘੜਦੇ ਸੀ? ਕਾਨੇ ਪਹਿਲਾਂ ਲੈ ਕੇ ਆਉਣੇ, ਫਿਰ ਕਲਮ ਘੜਨੀ। ਇਹ ਤਾਂ ਬੜਾ ਵੱਡਾ ਆਰਟ ਅਸੀਂ ਸਿੱਖਿਆ, ਮੈਂ ਖੁਦ ਉਸ ਚੀਜ਼ ਦੇ ਵਿੱਚੋਂ ਲੰਘਿਆ ਹੈਗਾ। ਜੀ। ਤੇ ਅੱਜ ਕੱਲ ਮੇਰਾ ਖਿਆਲ ਆ ਇਹ ਚੀਜ਼ਾਂ ਨਹੀਂ, ਅੱਜ ਤਾਂ ਉਹ ਅੱਜ ਕੱਲ ਤਾਂ ਗਿਰ ਸਾਹਿਬ ਬੜਾ ਇਹ ਚੀਜ਼ਾਂ ਮਿਲ ਜਾਂਦੀਆਂ, ਉਹ ਤਾਂ ਬੀਤ ਕੇ ਸਮੇਂ ਦੀ ਗੱਲ ਬਣ ਗਈ। ਤੇ ਪਰ ਅੱਜ ਤਾਂ ਜੇ ਕਹੀਏ ਵੀ ਗੱਲ ਤਾਂ ਹਾਸੋ ਹੀ ਨਹੀਂ ਲੱਗਦੀ ਹੈ ਬੱਚਿਆਂ ਕੋਲ ਗੱਲ ਕਰੀਏ। ਉਹ ਮਤਲਬ ਦੂਸਰੀ ਗੱਲ ਇਹ ਆ ਜਿਹੜੀ ਇਹ ਜਨਰੇਸ਼ਨ ਨੇ ਕਿੱਥੋਂ ਚੱਲ ਕੇ ਅੱਜ ਕੀ ਕੁਛ ਤੱਕ ਦੇਖ ਲਿਆ, ਅੱਜ ਦੁਨੀਆ ਦਾ ਸਿਖਰ ਆ ਟੈਕਨੋਲੋਜੀ ਦਾ। ਦੇਖੋ ਕਈ ਵਾਰ ਸੋਚਦੇ ਨੇ, ਤੁਹਾਡੀ ਗੱਲ ਵਿਚਾਲੇ ਆ ਬੈਠੇ ਬੈਠੇ ਵੀ ਇੱਕ ਅਨਪੜ੍ਹ ਪਰਿਵਾਰ ਦੇ ਵਿੱਚ ਜਨਮ ਲੈ ਕੇ ਵੀ ਕਿਤੇ ਰਾਹ ਆਪ ਹੀ ਬਣਦੇ ਗਏ। ਸਕੂਲ ਦਾ ਬਣਿਆ, ਫਿਰ ਕਾਲਜ 'ਚ ਆਏ, ਮਲੇਰਕੋਟਲੇ ਕਾਲਜ 'ਚ ਆਏ। ਹਾਂਜੀ, ਫਿਰ ਉੱਥੇ 8ਵੀਂ ਉੱਥੇ ਕੀਤੀ। ਹਾਕੀ ਵੱਲ ਕਿਵੇਂ ਆਏ? ਹਾਕੀ ਮੇਰੇ ਕਾਲਜ ਦੇ ਵਿੱਚ ਸ਼ੁਰੂ ਕੀਤੀ। ਪਹਿਲਾਂ ਮੈਂ ਦੱਸਦਾ ਵੀ ਮਿਡਲ ਉੱਥੋਂ ਕੀਤੀ ਤੇ ਹਾਈ ਸਕੂਲ ਫਿਰ ਮਲੇਰਕੋਟਲੇ ਸੀਗਾ। ਅੱਛਾ। 12-13 ਕਿਲੋਮੀਟਰ ਤੇ, ਕੋਈ ਰੇਲਵੇ ਲਾਈਨ ਨਹੀਂ, ਕੋਈ ਬੱਸ ਸਰਵਿਸ ਨਹੀਂ, ਕੋਈ ਸੜਕ ਨਹੀਂ, ਕੱਚੇ ਰਾਹ ਤੁਰ ਕੇ। ਸਰਦੀਆਂ ਜਦੋਂ ਫਿਰ ਸਾਉਣ ਦਾ ਮਹੀਨਾ ਆਉਣਾ, ਮੀਂਹ ਪੈਣ ਲੱਗ ਜਾਣਾ, ਤਾਂ ਰਾਹ ਦੇ ਵਿੱਚ ਇੱਕ ਪਾਣੀ ਵਗਦਾ ਭੱਡਲੀ ਆ ਜਾਂਦੀ ਸੀ, ਪਾਣੀ ਆ ਜਾਂਦਾ ਸੀਗਾ, ਐਡਾ ਐਡਾ ਪਾਣੀ, ਉਹਦੇ ਵਿੱਚ ਦੀ ਲੰਘਣਾ। ਹਾਂ, ਤੇ ਕਈ ਵਾਰੀ ਪੈਨਸਲ ਕੋਇਲਟ ਨਹੀਂ ਸੀ ਹੁੰਦੀ, ਉਹ ਜਿਹੜੀਆਂ ਪਹਿਲਾਂ ਬੈਟਰੀਆਂ ਹੁੰਦੀਆਂ ਸੀ ਨਾ, ਉਹ ਬੈਟਰੀਆਂ ਦੇ ਜਿਹੜੇ ਉਹ ਸੈੱਲ ਜਿਹੜੇ ਸੀ ਉਹ ਜਦੋਂ ਮੱਚ ਜਾਂਦੇ ਸੀ, ਉਹਦੇ ਵਿੱਚੋਂ ਉਹਨਾਂ ਨੂੰ ਭੰਨ ਲੈਂਦੇ ਸੀ। ਭੰਨ ਕੇ ਉੱਥੇ ਕਾਰਬਨ ਤਾਂ ਨਿਕਲਦੀ ਸੀ, ਕੂਟਾ ਕਹਿੰਦੇ ਸੀ, ਉਹ ਤਿੱਖਾ ਕਰਕੇ ਤੇ ਉਹਦੇ ਨਾਲ ਫੱਟੀ ਲਿਖਣੀ। ਤੇ ਇਹੋ ਜਿਹੀਆਂ ਪੋਜੀਸ਼ਨਾਂ 'ਚ ਕਰਦੇ ਕਰਦੇ 8ਵੀਂ ਕਰ ਗਏ। 10ਵੀਂ ਜਾ ਕੇ ਮਲੇਰਕੋਟਲੇ ਗੌਰਮੈਂਟ ਹਾਈ ਸਕੂਲ 'ਚ ਲੱਗ ਗਏ, ਉੱਥੋਂ 10ਵੀਂ ਕਰ ਲਈ। ਗਾਹਾਂ ਕਾਲਜ ਵੀ ਕੁਦਰਤੀ ਮਲੇਰਕੋਟਲੇ ਹੈਗਾ ਸੀਗਾ, ਤੇ ਉੱਥੋਂ ਐਜੂਕੇਸ਼ਨ ਲੈ ਲਈ। ਤੇ ਉੱਥੇ ਹੀ ਫਿਰ ਤੁਸੀਂ ਹਾਕੀ ਵੀ ਖੇਡਣਾ ਸ਼ੁਰੂ ਕੀਤਾ? ਹਾਂਜੀ, ਉੱਥੇ ਫਿਰ ਉਹਨਾਂ ਨੇ ਬਹੁਤ ਸੋਹਣੇ ਗਰਾਊਂਡ ਬਣਾਏ ਹੋਏ ਸੀ ਹਾਕੀ ਦੇ। ਸਬਲਬੀਰ ਸਿੰਘ ਵੀ ਸਾਡੇ ਕੋਲੇ ਜਾ ਕੇ ਆਏ ਨੇ, ਦੇਖੀ ਫੋਟੋ ਵੀ ਉਹਨਾਂ ਨਾਲ ਤਾਂ। ਹਾਂਜੀ, ਤੇ ਉੱਥੇ ਫਿਰ ਲਗਨ ਸੀਗੀ ਹਾਕੀ ਦੀ, ਤੇ ਬੜੀ ਖੇਡੀ, ਤੇ ਹੌਲੀ ਹੌਲੀ ਫਿਰ ਉਹਦਾ ਕੈਪਟਨ ਵੀ ਲੱਗੇ ਹਾਕੀ ਦੇ, ਤੇ NCC ਵੀ ਕੀਤੀ। ਤੇ ਜਦੋਂ ਵਲੰਟੀਅਰ ਕੰਮ ਬਹੁਤ ਕੀਤਾ, ਜਦੋਂ ਹੁਣ ਮੇਲਾ ਮਲੇਰਕੋਟਲੇ ਲੱਗਦਾ ਸੀਗਾ, ਹੈਦਰ ਸ਼ੇਖ ਦਾ ਮੇਲਾ ਹੁੰਦਾ ਸੀਗਾ, ਉਹਦੇ ਵਿੱਚ ਬਾਜ਼ਾਰ ਭੀੜਾ ਹੁੰਦਾ ਸੀ, ਬੰਦੇ ਬਹੁਤੇ ਆ ਜਾਂਦੇ ਸੀਗੇ। ਤੇ ਫਿਰ ਸਕਾਊਟਾਂ ਦੇ ਕਰਕੇ ਲਾਈਨਾਂ ਫੜ ਕੇ ਇੱਧਰ ਨੂੰ ਬੰਦਿਆਂ ਨਗਾਉਣੇ, ਇੱਧਰ ਦੀ ਕੁੜੀਆਂ ਨਗਾਉਣੀਆਂ, ਕਿਉਂਕਿ ਉੱਥੇ ਕੁੜੀਆਂ ਨਾਲ ਬਹੁਤ ਹੁਰਮਤੀ ਹੁੰਦੀ ਸੀ, ਉਹ ਬਚਾਉਣੀ ਹੁੰਦੀਆਂ ਸੀਗੀਆਂ। ਤੇ ਇਸ ਤਰ੍ਹਾਂ ਦੇ ਕਰਦੇ ਕਰਾਉਂਦੇ ਜੀ ਅਸੀਂ ਕਾਲਜ ਫਿਨਿਸ਼ ਕੀਤਾ। 10ਵੇਂ ਸਾਲ ਦੇ ਸੀਗਾ ਮੈਂ ਜਦੋਂ ਮੇਰੇ ਮਾਤਾ ਜੀ ਦੀ ਡੈਥ ਹੋ ਗਈ ਅਚਾਨਕ। ਤੇ ਉਹਨਾਂ ਦਾ ਫਿਰ ਚੁੱਪ ਚਪੀਤੇ ਮੇਰੇ ਅੰਦਰ ਜਿਹੜਾ ਸੀਗਾ ਵਿਛੋੜਾ ਵੱਧਦਾ ਗਿਆ। ਉਹ ਤੋਂ ਫਿਰ ਮੈਨੂੰ ਜਿਹੜੀ ਕਵਿਤਾ ਸੀਗੀ ਉਹ ਸਿੱਝਣੀ ਸ਼ੁਰੂ ਹੋਈ। ਉੱਥੇ ਹੀ ਕਾਲਜ ਪੜ੍ਹਦੇ ਕਵਿਤਾ ਜਾਂ ਸਕੂਲ ਪੜ੍ਹਦੇ ਹੋ ਕਵਿਤਾ? ਸਕੂਲ ਕਾਲਜ ਤੋਂ ਪਹਿਲਾਂ ਹੀ 10ਵੀਂ ਸਕੂਲ 'ਚ ਹੀ 10ਵੀਂ ਦੇ ਵਿੱਚ ਵੀ ਇਹ ਲਿਖਣੀ ਸ਼ੁਰੂ ਕਰਤੀ ਸੀਗੀ। ਪਹਿਲਾਂ ਨਿੱਕਾ ਹੁੰਦਾ ਤੋਂ ਮੈਂ ਸ਼ੁਰੂ ਕਰ ਦਿੰਦਾ ਸੀਗਾ, ਮਾਂ ਆ ਜਾ ਮੈਨੂੰ ਗੋਦੀ 'ਚ ਬਹਾ ਜਾ, ਮੈਂ ਇਹ ਨਹੀਂ ਕਰਦਾ ਬਾਹ ਨਹੀਂ ਕਰਦਾ, ਇੱਦਾਂ ਕਰਕੇ ਪਾੜੀ ਪੂੜੀ ਜਾਣਾ, ਬਰਾਗ ਦੀ ਕਵਿਤਾ। ਤੇ ਫਿਰ ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀਗਾ, ਉਦੋਂ ਫਿਰ ਬਾਪੂ ਜੀ ਦੀ ਅਚਾਨਕ ਡੈਥ ਹੋ ਗਈ। ਤੇ ਫਿਰ ਭਰਾਵਾਂ ਨੇ ਮੈਨੂੰ ਕਿਹਾ ਵੀ ਤੂੰ ਪੜ੍ਹੀ ਚੱਲ, ਤੂੰ ਫਿਕਰ ਨਾ ਕਰ। ਤਾਂ ਬੜਾ ਧੰਨਵਾਦੀਆਂ ਭਰਾਵਾਂ ਭੈਣਾਂ ਦਾ। ਤੇ ਉਹਦੇ ਕਰਕੇ ਜੀ ਫਿਰ ਮੈਂ ਕੀ ਕੀਤਾ, ਜਦੋਂ ਫਿਰ ਬਾਪੂ ਜੀ ਦੀ ਡੈਥ ਹੋ ਗਈ ਤੇ ਫਿਰ ਮੈਂ ਕੀਤਾ ਵੀ ਹੁਣ ਤੂੰ ਆਪਦੇ ਪੈਰਾਂ 'ਤੇ ਖੜਾ ਹੋ। ਭਰਾ ਮੇਰਾ ਮੈਨੂੰ ਪੈਸੇ ਦਿੰਦਾ ਸੀਗਾ ਜਦੋਂ ਖਰਚੇ ਕਾਲਜ ਵਿੱਚ, ਪਰ ਜਦੋਂ ਮੈਂ ਉਹ ਤੋਂ ਪੈਸੇ ਮੰਗਦਾ ਸੀ ਨਾ, ਉਹ ਤੋਂ ਮੈਨੂੰ ਸ਼ਰਮ ਬਹੁਤ ਆਉਂਦੀ ਸੀ। ਮਾਂ ਬਾਪ ਤੋਂ ਲੈਣੇ ਸੌਖੇ ਆ, ਉਹ ਪੈਸਾ ਖਰਚਣਾ ਵੀ ਬੜਾ ਸਵਾਦ ਜਿਹਾ ਆਉਂਦਾ ਖਰਚ ਕੇ। ਤੁਸੀਂ ਭਰਾ ਤੋਂ ਪੈਸੇ ਮੰਗਣੇ ਆ, ਕਹਿੰਦਾ ਵੀ ਵੱਡਾ ਹੋ ਕੇ ਇਹ ਨਾ ਕਹਿ ਦੇ ਮੈਂ ਤੈਨੂੰ ਪੜ੍ਹਾਇਆ, ਤੇ ਇੰਨਾ ਖਰਚ ਕੀਤਾ ਬਹੁਤ ਕੀਤਾ। ਪਰ ਸ਼ਾਬਾਸ਼ ਭਰਾਵਾਂ ਦੇ, ਤੇ ਜਿਨ੍ਹਾਂ ਨੇ ਫਿਰ ਮਾਂ ਬਾਪ ਦਾ ਵਿਛੋੜਾ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ। ਤੇ ਉੱਥੋਂ ਕਰਕੇ ਜੀ ਫਿਰ ਜਦੋਂ ਮੈਂ ਕੀ ਕੀਤਾ ਵੀ ਕਾਲਜ ਇੱਥੇ ਉਦੋਂ ਨੂੰ ਪਤਾ ਲੱਗ ਗਿਆ ਸੀ ਵੀ ਨਾ ਕੈਨੇਡਾ ਖੁੱਲ੍ਹ ਗਿਆ। ਕੈਨੇਡਾ ਦਾ ਲਾਅ ਉਦੋਂ ਬਣਿਆ ਸੀਗਾ ਵੀ ਜੇ ਕੋਈ ਬੰਦਾ ਵਿਜ਼ਿਟ ਕਰਨ ਆਉਂਦਾ, ਉਹ ਜੇ ਚਾਹੇ ਤਾਂ ਐਪਲੀਕੇਸ਼ਨ ਭਰ ਸਕਦਾ। ਤੇ ਇਮੀਗ੍ਰੇਸ਼ਨ ਦੇ ਜਦੋਂ ਇੰਟਰਵਿਊ ਤੇ ਜਾਂਦਾ, ਜੇ ਉਹਦੇ ਨੰਬਰ ਬਣ ਜਾਂਦੇ ਆ ਤਾਂ ਉਹਨੂੰ PR ਮਿਲ ਜਾਂਦੀ ਸੀ ਲੀਗਲੀ ਤੌਰ ਤੇ। ਚਲ ਉਦੋਂ ਬਾਅਦ ਫਿਰ ਮੈਂ ਉੱਥੇ ਜਾ ਕੇ ਮੇਥੇ ਟੈਕਨੀਕਲ ਹੈਂਡ ਹੋਇਆ ਕਾਲਜ ਤੋਂ ਬਾਅਦ
ਬੁਲਾਡੇ ਗਿਆ, ਉੱਥੇ ਮਸ਼ੀਨਿਸਟ ਦਾ ਕੋਰਸ ਕੀਤਾ, ਅੱਛਾ। ਡਿਪਲੋਮਾ ਲਿਆ, ਮਸ਼ੀਨਾਂ ਚਲਾਉਣੀਆਂ, ਪੁਰਜੇ ਬਣਾਉਣੇ, ਗਰਾਰੀਆਂ ਬਣਾਉਣੀਆਂ, ਥਰੈਡਾਂ ਪਾਉਣੀ, ਸਭ ਕੁਝ ਮਤਲਬ ਸਿੱਖਿਆ। ਤੇ ਉਹਨੇ ਮੈਨੂੰ ਬੜਾ ਕੰਮ ਦਿੱਤਾ। ਤੇ ਫਿਰ ਮੇਰੇ ਇੱਕ ਦੋਸਤ ਇੱਥੇ ਹੁੰਦਾ ਸੀਗਾ, ਉਹਦੀ ਤਾਈ ਜੀ, ਮੈਂ ਉਹਨੂੰ ਕਹਿੰਦਾ ਹੁੰਦਾ ਸੀ, ਉਹਦੇ ਕਰਕੇ ਉਹਦੀ ਲੜਕੀ ਇੱਥੇ ਸੀਗੀ। ਤੇ ਉਹਨੇ ਜਦੋਂ ਇਕੱਲੀ ਰਹਿ ਗਈ ਤਾਂ ਉਹਦੀ ਲੜਕੀ ਨੇ ਉਹਦੀ ਜਿਹੜੀ ਸੀ ਚਿੱਠੀ ਭਰਤੀ। ਉਹ ਵਿਚਾਰੀ ਬੁੱਢੀ ਸੀ, ਕਹਿੰਦਾ ਵੇ ਹਰਚੰਦ ਵੀ ਮੈਂ ਤਾਂ ਖੋ ਜੂ ਰਾਹ 'ਚ, ਚੱਲ ਤੂੰ ਮੈਨੂੰ ਛੱਡਿਆ ਕੈਨੇਡਾ। ਨਾਲ ਛੱਡਿਆ। ਉਹ ਛੱਡਣ ਦੀ ਗੱਲ ਕੀਤੀ ਤਾਂ ਮੈਨੂੰ ਚਾਹ ਜੀ ਲੱਗੀ। ਮੈਂ ਉਹਦੇ ਭਰਾ ਨਾਲ ਗੱਲ ਕੀਤੀ। ਉਹ ਕਹਿੰਦਾ ਵੇਖ ਲਾ, ਪਹਿਲਾਂ ਵਿਆਹ ਕਰਕੇ ਹਟਿਆ ਸੀ 70 ਦੇ ਵਿੱਚ, 71 ਦੇ ਵਿੱਚ ਮੈਂ ਇੱਧਰ ਨੂੰ ਆਉਣ ਦੀ ਗੱਲ ਕੀਤੀ। ਚੱਲ ਜੀ ਭਰਾ ਦੀ ਸ਼ਾਬਾਸ਼, ਉਹਨੇ ਕਿਵੇਂ ਨਾ ਕਿਵੇਂ ਪੈਸੇ ਇਕੱਠੇ ਕੀਤੇ, ਕੈਨੇਡਾ ਆ ਗਏ। ਉਹਨਾਂ ਨੂੰ ਛੱਡਣ ਲਈ ਹਰਚੰਦ ਸਿੰਘ ਬਾਗੜੀ ਜਦੋਂ ਕੈਨੇਡਾ ਆਏ ਤੇ ਕੈਨੇਡਾ ਦੇ ਆ ਕੇ ਰਹਿ ਗਏ। ਇਹ ਗੱਲਬਾਤ ਅਸੀਂ ਅੱਗੇ ਇਹਨਾਂ ਨਾਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਕਾਲੇ ਰੰਗ ਸੰਗ ਦੇ ਵਿਹੜੇ ਦੇ ਵਿੱਚ ਹਰਚੰਦ ਸਿੰਘ ਬਾਗੜੀ ਜੀ ਆਏ ਹੋਏ ਨੇ। ਇਹ ਪੰਜਾਬੀ ਦੇ ਬੜੇ ਨਾਮਵਰ ਲੇਖਕ ਨੇ। ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਤੇ ਫਿਰ ਤੁਸੀਂ ਉਹਨਾਂ ਨੂੰ ਉਂਗਲੀ ਫੜ ਕੇ ਜਦੋਂ ਕੈਨੇਡਾ ਲਿਆਏ ਤੇ ਆਪ ਕੈਨੇਡਾ ਤੇ ਇੱਥੇ ਕੈਨੇਡਾ ਆ ਗਏ ਜੀ। ਤੇ ਆ ਕੇ ਇੱਥੇ ਐਪਲੀਕੇਸ਼ਨ ਦੇਤੀ, ਇੰਟਰਵਿਊ ਆ ਗਈ। ਕੋਈ ਵਕੀਲ ਨਹੀਂ ਕੀਤਾ, ਕੁਛ ਨਹੀਂ ਕੀਤਾ, ਡਾਇਰੈਕਟ ਗਿਆ, ਗੱਲਬਾਤ ਕੀਤੀ। ਤੇ ਮੈਂ ਹੈਰਾਨ ਰਹਿ ਗਿਆ ਇੱਥੇ ਦੇ ਸਿਸਟਮ ਨੂੰ। ਤੇ ਅਫਸਰ ਨੇ ਆਇਆ, ਹੱਥ ਮਿਲਾਇਆ, ਚੇਅਰ ਕੱਢ ਕੇ ਮੈਨੂੰ ਦਿੱਤੀ, ਸਿਟ ਡਾਊਨ ਪਲੀਜ਼। ਮੈਂ ਬਹਿ ਗਿਆ ਤੇ ਸਾਰੇ ਇੰਟਰਵਿਊ ਲਈ ਜੋ ਗੱਲਬਾਤ ਕੀਤੀ ਅੰਗਰੇਜ਼ੀ ਦੇ ਵਿੱਚ, ਕਿਉਂ ਇੰਗਲਿਸ਼ ਦੇ 5 ਨੰਬਰ ਸੀਗੇ ਤੇ ਬਾਕੀ ਉਹਨੇ ਮੇਰੇ ਸਰਟੀਫਿਕੇਟ ਦੇਖੇ। ਉਹ ਕਹਿੰਦਾ ਕੰਗ੍ਰੈਚੁਲੇਸ਼ਨ ਮਿਸਟਰ ਬਾਗੜੀ, ਯੂ ਆਰ ਪਾਸ। ਵੈਰੀ ਗੁੱਡ, ਥੈਂਕ ਯੂ ਕਰਕੇ ਚਲੋ ਜੀ ਇੱਥੇ ਇੱਕਣ ਪੱਕੇ ਹੋਏ। ਉਦੋਂ ਬਾਅਦ ਕੰਮਾਂ ਤੇ ਲੱਗੇ। ਇਹ ਲੰਬੀ ਕਹਾਣੀ ਆ। ਤੇ ਹੁਣ ਇਸ ਵੇਲੇ ਬੜਾ ਭਰਵਾਂ ਪਰਿਵਾਰ ਤੁਹਾਡਾ ਔਰ ਬੜੇ ਕਾਮਯਾਬ ਤੁਹਾਡਾ ਜੀਵਨ ਰਿਹਾ ਹੈ। ਇਸ ਦੇ ਨਾਲ ਨਾਲ ਇਹ ਸਭ ਕੁਝ ਚੱਲਦਿਆਂ ਹਰਚੰਦ ਸਿੰਘ ਬਾਗੜੀ ਨੇ ਕੰਮ ਤਾਂ ਕੀਤਾ, ਆਪਣੇ ਪਰਿਵਾਰ ਨੂੰ ਪਾਲਿਆ, ਸਾਰਾ ਕੁਝ ਕੀਤਾ, ਉਹਦੇ ਨਾਲ ਨਾਲ ਸਾਹਿਤ ਰਚਿਆ। ਤੇ ਇਹ ਕੈਨੇਡਾ ਦੇ ਵਿੱਚ ਉਹਦੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਹੁਣ ਆਪਾਂ। ਹਾਂਜੀ ਗਿੱਲ ਸਾਹਿਬ, ਮੈਂ ਤੁਹਾਨੂੰ ਪਤਾ ਵੀ ਕਹਾਣੀਆਂ ਪਹਿਲਾਂ ਲਿਖਣੀਆਂ ਸ਼ੁਰੂ ਕਰਤੀਆਂ ਸੀ। ਇੱਕ ਨਾਵਲ ਵੀ ਲਿਖ ਲਿਆ ਸੀਗਾ ਤੇ ਕਵਿਤਾ ਵੀ ਲਿਖਣੀ ਸ਼ੁਰੂ ਕਰ ਲਈ ਸੀਗੀ। ਤੇ ਫਿਰ ਮੈਂ ਜਦੋਂ ਬਾਪੂ ਜੀ ਦੀ ਡੈਥ ਹੋਈ ਤੇ ਫਿਰ ਮੈਂ ਕਵਿਤਾ ਨੂੰ ਥੰਮਤਾ। ਕਹਿੰਦਾ ਅਜੇ ਨਾ ਦਰ ਖੜਕਾ ਨਹੀਂ ਅੜੀਏ, ਅਜੇ ਨਾ ਦਰ ਖੜਕਾ, ਅਜੇ ਨਹੀਂ ਮੇਰੇ ਤੋਂ ਪੂਰੇ ਹੋਣੇ ਤੇਰੇ ਦਿਲ ਦੇ ਚਾਅ ਨਹੀਂ ਅੜੀ, ਅਜੇ ਨਾ ਦਰ ਖੜਕਾ। ਅਜੇ ਤਾਂ ਮੈਂ ਲੱਭਣ ਤੁਰਨਾ ਕੁੱਲੀ ਗੁੱਲੀ ਜੁੱਲੀ, ਪਤਾ ਨਹੀਂ ਇਹ ਕਿਸਮਤ ਮੇਰੀ ਕਿੱਥੇ ਧਰ ਕੇ ਭੁੱਲੀ। ਛੋਟੇ ਛੋਟੇ ਪੈਰ ਨੇ ਸਾਡੇ ਉਮਰੋਂ ਲੰਬੇ ਰਾਹ, ਅਜੇ ਨਾ ਦਰ ਖੜਕਾ ਨਹੀਂ ਕਵਿਤਾ, ਅਜੇ ਨਾ ਦਰ ਖੜਕਾ। ਮੈਂ ਕਵਿਤਾ ਰੱਖ ਕੇ ਇੱਥੇ ਆ ਗਿਆ। ਇੱਥੇ ਆ ਕੇ ਫਿਰ ਕੰਮੀ ਲੱਗ ਗਏ। ਥੋੜ੍ਹੀ ਬਹੁਤੀ ਲਿਖ ਲੈਣੀ, ਪਰ ਕੰਮਾਂ ਦੇ ਵਿੱਚ ਤੁਹਾਨੂੰ ਪਤਾ ਵੀ ਕੀ ਕੁਛ ਇੱਕ ਚਿਮਟੇ ਤੋਂ ਲੈ ਕੇ ਸਭ ਕੁਛ ਬਣਾਉਣਾ ਪੈਂਦਾ। ਤੇ ਆਪਾਂ ਸਾਰਿਆਂ ਨੇ ਬਣਾਇਆ ਹੈਗਾ। ਤੇ ਫਿਰ ਜਦੋਂ 84 ਦਾ ਘੱਲੂਘਾਰਾ ਹੋਇਆ, ਉਸ 84 ਦੇ ਘੱਲੂਘਾਰੇ ਨੇ ਮੈਨੂੰ ਇੰਨਾ ਹਿਲਾਇਆ ਨਾ, ਤੇ ਮੈਂ ਨਾਲੇ ਦਾ ਵੈਲਡ ਕਰੀ ਜਾਣੀ ਟੋਪਾ ਲੈ ਕੇ, ਨਾਲੇ ਰੋਈ ਜਾਣਾ। ਪੇਪਰ ਰੱਖਣੇ ਸੀਗੇ ਤੇ ਫਿਰ ਕਵਿਤਾ ਨੇ ਜਿਹੜਾ ਸੀਗਾ ਮੁੜ ਕੇ ਸ਼ੁਰੂ ਹੋ ਗਈ। ਮੇਰਾ ਖਿਆਲ ਆ ਕੋਈ ਵੀ ਪੰਜਾਬੀ ਜਾਂ ਵਿਸ਼ੇਸ਼ ਤੌਰ ਤੇ ਜਿਵੇਂ ਅਸੀਂ ਸਿੱਖ ਹੈਗੇ ਆ, ਕੋਈ ਪੱਥਰ ਦੇ ਲਈ ਹੋਊਗਾ ਜਿਹਨੂੰ ਉਸ ਨੇ ਨਹੀਂ ਹਲੂਣਿਆ। ਦੇਖੋ, ਚਾਹੇ ਸਾਡਾ ਕੋਈ ਬੰਦਾ ਸ਼ਹੀਦ ਨਹੀਂ ਹੋਇਆ, ਸਾਰੇ ਆਪਣੇ ਹੀ ਸੀਗੇ, ਆਪਦੇ ਸੀ, ਉਹਨਾਂ ਕਸੂਰ ਕੋਈ ਨਹੀਂ ਸੀ। ਉਸ ਤੋਂ ਬਿਨਾ ਜੋ ਸਾਡੀ ਸਭ ਤੋਂ ਉੱਤਮ ਜਗ੍ਹਾ, ਪਵਿੱਤਰ ਜਗ੍ਹਾ, ਉਹਦੀ ਜੋ ਦੁਰਦਸ਼ਾ ਕੀਤੀ ਗਈ,
ਮਤਲਬ ਸਾਡੇ ਉਹ ਤਾਂ ਸਾਡੇ ਦਿਲਾਂ ਤੇ ਮਤਲਬ ਜ਼ਖਮ ਹੋਏ। ਚਲ ਉਹਦੇ ਕਰਕੇ ਫਿਰ ਮੈਨੂੰ ਕਵਿਤਾ ਆਉਣੀ ਸ਼ੁਰੂ ਹੋ ਗਈ, ਮੈਂ ਲਿਖਣੀ ਸ਼ੁਰੂ ਕੀਤੀ ਤੇ ਬੋਲੀਆਂ ਵੀ ਸਾਰੀਆਂ ਵਿਧਾ ਦੇ ਵਿੱਚ ਮੈਂ ਲਿਖੀਆਂ। ਤੁਸੀਂ ਕਵਿਤਾ ਛੋਟਾ ਖਿਆਲ ਆਇਆ ਉਹਦਾ ਮੈਂ ਇੱਕ ਟੱਪਾ ਬਣਾ ਲਿਆ। ਉਹ ਮੈਨੂੰ ਥੋੜੇ ਜਿਹਾ ਸੁਣਾਓ ਤੁਸੀਂ। ਬਾਬਾ ਨਾਨਕ ਜੀ ਵਾਲੀ ਜਿਹੜੀ ਕਵਿਤਾ ਹੈਗੀ ਨਾ ਤੁਹਾਡੀ, ਹਾਂ ਉਹ ਸੀਗਾ ਇੱਕ ਨਹੀਂ ਸੀਗਾ ਵੀ ਬੈਠੇ ਆ ਦੋਸਤ, ਉਹ ਦੋਸਤ ਕਹਿੰਦਾ ਇਹ ਬਾਗੜੀ ਸਾਹਿਬ ਤੁਸੀਂ ਕਲਮਾਂ ਘਸਾਈ ਜਾਂਦੇ ਹੋ, ਕਿਤਾਬਾਂ ਲਿਖੀ ਜਾਂਦੇ ਹੋ, ਇੱਥੇ ਮੁਫਤ ਵੰਡੀ ਜਾਂਦੇ ਹੋ, ਵੀ ਕਾਫੀ ਹੌਬੀ ਬਹੁਤ ਮਹਿੰਗੀ ਆ। ਤੇ ਉਹਨੇ ਮਤਲਬ ਮੈਨੂੰ ਸੁਜੈਸ਼ਨ ਦਿੱਤੀ ਤੇ ਫਿਰ ਕਵਿਤਾ ਲਿਖੀ। ਕਿਹਾ ਜੋ ਸਮਾਂ, ਉਹ ਮੈਨੂੰ ਭਾਈ ਕਹਿੰਦਾ ਵਪਾਰੀ ਜਿਹੜਾ ਵਪਾਰੀ ਟਾਈਪ ਦਾ, ਕਹਿੰਦਾ ਜੋ ਸਮਾਂ ਤੇ ਲਿਖਣ ਤੇ ਲਾਇਆ ਜੇਕਰ ਕੰਮ ਤੇ ਲਾ ਲੈਂਦਾ 30 ਸਾਲਾਂ ਵਿੱਚ ਮੇਰੇ ਮਿੱਤਰਾ ਤੂੰ ਡਾਲਰ ਬੜੇ ਬਣਾ ਲੈਂਦਾ। ਉਹ ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਆਪਣਾ ਤੂੰ ਚੰਦ ਨਾਮ ਲਿਖਾ ਲੈਂਦਾ। ਮੈਂ ਕੀ ਜਵਾਬ ਦਿੰਦਾ, ਲਿਖਾਰੀ ਕਹਿੰਦਾ ਗੱਲ ਤਾਂ ਤੇਰੀ ਸੱਚੀ ਦੋਸਤ, ਮੈਂ ਪੈਸਾ ਹੋਰ ਬਣਾ ਲੈਂਦਾ। ਉਹ ਰੁੱਖਾਂ ਦੇ ਸੰਗ ਮੁੱਕਣ ਛਾਵਾਂ, ਸਮਾਂ ਸਭ ਨੂੰ ਢਾ ਲੈਂਦਾ। ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ। ਰੱਬ ਵਰਗੇ ਆ ਪਾਠਕ ਮੇਰੇ, ਕਿੰਨੇ ਚੰਦ ਗਵਾ ਲੈਂਦਾ। ਉਹ ਕਿੰਝ ਬਣਦੀ ਕਵਿਤਾ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਕਿਆ ਬਾਤ, ਕਿੰਝ ਬਣਦੀ ਕਵਿਤਾ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਵਾਹ ਜੀ। ਉਹ ਕਹਿੰਦਾ ਬਾਗੜੀ ਸਾਹਿਬ ਠੀਕ ਹੈ, ਹੁਣ ਮੈਨੂੰ ਸਮਝ ਆ ਗਈ। ਮੈਂ ਕਿਹਾ ਇਹ ਤਾਂ ਕੁਦਰਤ ਹੈ, ਉਹ ਤੋੜਦੀ ਹੈ ਵੀ ਤੈਂ ਕੀ ਕਰਨਾ। ਇਹਦੇ ਨਾਲ ਨਾਲ ਜਦੋਂ ਤੁਸੀਂ ਇੱਥੇ ਆਏ, ਹਰ ਬੰਦਾ ਲਿਖਣਾ ਤਾਂ ਸ਼ੁਰੂ ਕਰ ਦਿੰਦਾ, ਉਹਨੂੰ ਕਿਸੇ ਨਾ ਕਿਸੇ ਵੱਡੇ ਲੇਖਕ, ਪਹਿਲੇ ਲੇਖਕਾਂ ਦੇ ਕੋਲੋਂ ਸੇਧ ਵੀ ਮਿਲਦੀ ਹੈ। ਇੱਥੇ ਸਹਿਜ ਸੁਭਾਅ ਵੀ ਨੇ, ਤੁਸੀਂ ਉਹਨਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਇਹ ਨਾ ਪਹਿਲਾਂ ਜਦੋਂ ਕਾਲਜ ਦੇ ਵਿੱਚ ਮੈਂ ਮਲੇਰਕੋਟਲੇ ਪੜ੍ਹਦਾ ਸੀ, ਖੁਸ਼ਕਿਸਮਤੀ ਇਹ ਵੀ ਸੀ ਵੀ ਗੁਰਦੇਵ ਸਿੰਘ ਮਾਨ ਜੀ ਮਲੇਰਕੋਟਲੇ ਰਹਿੰਦੇ ਸੀਗੇ। ਉਹ ਕੀ ਕਰਦੇ ਸੀ ਨਾ, ਕਦੇ ਕਦੇ ਕਵੀ ਦਰਬਾਰ ਲਾਉਂਦੇ ਸੀ ਰਾਤ ਨੂੰ ਸਬਜ਼ੀ ਮੰਡੀ 'ਚ ਚਲੇ ਜਾਣਾ, ਤੇ ਮਾਨ ਸਾਹਿਬ ਦਾ ਜਵਾ ਤੇ ਜਵਾਨ ਬੰਦਾ ਤੇ ਗੋਰਾ ਰੰਗ, ਜਦੋਂ ਫਿਰ ਕਵਿਤਾ ਕਹਿਣੀ ਤੇ ਲੋਕਾਂ ਨੇ ਤਾੜੀਆਂ ਮਾਰ ਮਾਰ ਕੇ ਲੋਟ-ਪੋਟ ਹੋ ਜਾਣਾ। ਉਹ ਮੈਂ ਕਹਿਣਾ ਉਹ ਚਾਂਸ ਕਦੇ ਤੂੰ ਵੀ ਕਵਿਤਾ ਲਿਖੇਂਗਾ ਇਹ ਜੀ। ਤੇ ਉਹ ਫਿਰ ਤੁਹਾਨੂੰ ਪਤਾ ਜਿੱਧਰ ਨੂੰ ਤੁਸੀਂ ਤੁਰ ਪਵੋ ਫਿਰ ਰਾਹ ਬਣ ਜਾਂਦਾ, ਤੇ ਉਹਦੇ ਨਾਲ ਫਿਰ ਰਾਹ ਬਣਦਾ ਗਿਆ। ਇੱਥੇ ਵੀ ਸਹਿਜ ਸੁਭਾਵਾਂ ਦੇ ਵਿੱਚ ਜਾਂਦੇ ਤੇ ਫਿਰ ਇੱਥੇ ਸਹਿਜ ਸੁਭਾਵਾਂ ਦਾ ਮੈਨੂੰ ਪਤਾ ਲੱਗਿਆ ਵੀ ਪੰਜਾਬੀ ਲੇਖਕ ਮੰਚ ਦੀ ਮੀਟਿੰਗ ਹੁੰਦੀ, ਉਹਨਾਂ ਮੇਰੇ ਨਾਲ ਸੰਪਰਕ ਕੀਤਾ, ਉੱਥੇ ਗਏ। ਉਹ ਲੇਖਕਾਂ ਨਾਲ ਬਹਿ ਕੇ ਤੇ ਉੱਥੇ ਫਿਰ ਪੜਚੋਲ ਹੁੰਦੀ ਆ, ਤੁਸੀਂ ਰਚਨਾ ਸੁਣਾਈ ਹੈ, ਮੈਂ ਰਚਨਾ ਸੁਣਾਈ ਹੈ, ਤੇ ਦੂਜੇ ਜਿਹੜੇ ਸਾਹਿਤਕਾਰ ਨੇ ਉਹ ਉਹਦੇ 'ਚ ਦੱਸਦੇ ਵੀ ਇਹਦੇ 'ਚ ਆਹ ਪੱਖ ਜਿਹੜਾ ਕਮਜ਼ੋਰ ਆ, ਜੇ ਇਹਨੂੰ ਏਕਣ ਕਰ ਲਓ, ਜਿਹਨੂੰ ਏਕਣ ਹੋ ਜੇ ਤਾਂ ਵਧੀਆ ਹੋ ਜੇ। ਉਹਦੇ ਨਾਲ ਕੀ ਆ ਵੀ ਅਸੀਂ ਲੋਕਾਂ ਨੂੰ ਦੱਸਿਆ, ਲੋਕਾਂ ਨੇ ਸਾਨੂੰ ਦੱਸਿਆ, ਤੇ ਜਿਹੜੇ ਕਵਿਤਾ ਦਾ ਜਿਹੜਾ ਸੀਗਾ ਚਲੋ ਜੀ ਉਹ ਫਿਰ ਰਾਹ ਪੈ ਗਈ। ਇਹਦੇ ਨਾਲ ਨਾਲ ਫਿਰ ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਨਾਲ ਵੀ ਜੁੜੇ ਰਹੇ। ਹਾਂਜੀ, ਉਹਦੇ ਨਾਲ ਜੁੜੇ ਰਹੇ, ਤੇ ਉਹਦੀ ਪਿੱਛੋਂ ਆ ਕੇ ਸੇਵਾ ਵੀ ਕੀਤੀ ਸਾਰੀਆਂ ਪੋਜੀਸ਼ਨਾਂ ਦੇ ਵਿੱਚ, ਸਾਰੇ ਅਹੁਦਿਆਂ ਤੇ ਰਹੇ। ਤੇ ਹੋਰ ਜਿਹੜੇ ਸੀਗੇ ਉਹ ਲਿਖਾਰੀ ਜੋੜੇ, ਤੇ ਹੁਣ ਤਾਂ ਬਹੁਤ ਵੱਡਾ ਪਰਿਵਾਰ ਆ ਸਾਹਿਤਕਾਰਾਂ ਦਾ, ਤੇ ਬੜਾ ਸਾਹਿਤ ਰਚਿਆ ਜਾ ਰਿਹਾ ਇੱਥੇ ਜੀ। ਇਸੇ ਸਮੇਂ ਦੌਰਾਨ ਜਿਹੜੀਆਂ ਤੁਹਾਡੀ ਵਿਸ਼ੇਸ਼ ਜ਼ਿਕਰਯੋਗ ਗੱਲ ਆਉਂਦੀ ਆ, ਜਿਵੇਂ ਹੁਣ ਤੁਸੀਂ ਕਵਿਤਾ ਦੀ ਹਰ ਵੰਨਗੀ ਤੇ ਲਿਖਿਆ ਤੇ ਕਹਾਣੀ ਲਿਖੀ ਆ, ਉਹਦੇ ਨਾਲ ਨਾਲ ਜਿਹੜੀ ਵੱਡੀ ਗੱਲ ਇਹ ਹੈ ਵੀ ਤੁਸੀਂ 2 ਮਹਾਂਕਾਵਿ ਲਿਖੇ ਆ ਜੀ, ਮਹਾਰਾਣੀ ਜਿੰਦਾ ਜੀ ਬਾਰੇ ਤੇ ਦੂਸਰਾ ਕਿਸ ਬਿਦਲੀ ਆਜ਼ਾਦੀ। ਕਿਉਂਕਿ ਜਦੋਂ ਲੋਕ ਗੱਲ ਕਰਦੇ ਸੀ ਨਾ ਵੀ ਆਜ਼ਾਦੀ ਫਲਾਣੇ ਲੀਡਰ ਲਈ, ਫਲਾਣੇ ਲੀਡਰ ਲਈ, ਤੇ ਫਿਰ ਮੈਂ ਜਿਹੜੀ ਘੋਖ ਕੀਤੀ, ਹਿਸਟਰੀ ਪੜ੍ਹੀ, ਤੇ ਪਤਾ ਲੱਗਿਆ ਵੀ ਆਜ਼ਾਦੀ ਤਾਂ ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਬੜੀ ਦੇਰ ਤੋਂ ਇਹਦਾ ਮੁੱਢ ਬੱਝਿਆ, ਵੱਜਦੇ ਅਤੇ ਫਿਰ ਜਿਹੜਾ ਸੀਗਾ ਵੀ ਪੰਜਾਬ ਨੇ ਕਰਕੇ ਪਹਿਲਾਂ ਮੁਗਲਾਂ ਨੂੰ ਦੇਸ਼ ਤੋਂ ਬਾਹਰ ਕੱਢਿਆ, ਕਿਉਂਕਿ ਉਹਨਾਂ ਨੇ ਬੜੇ 100 ਸਾਲ ਰਾਜ ਕੀਤਾ। ਫਿਰ ਅੰਗਰੇਜ਼ ਆ ਗਏ, ਤੇ ਉਹ ਵੀ ਜਿਹੜੇ ਸੀਗੇ ਆਜ਼ਾਦੀ ਲਈ, ਤੇ ਆਜ਼ਾਦੀ ਜਿਹੜੇ ਬੰਦੇ ਸੀ ਆਜ਼ਾਦੀ ਲੈਣ ਵਾਲੇ ਉਹ ਪਿੱਛੇ ਹੋ ਗਏ, ਤੇ ਦੂਜੇ ਬੰਦੇ ਮੂਹਰੇ ਕਰਤੇ। ਆਜ਼ਾਦੀ ਇਹਨੇ ਲੈ ਕੇ ਦਿੱਤੀ ਹੈ ਜੀ। ਫਿਰ ਮੈਂ ਉਹ ਹਿਸਟਰੀ ਲਿਖੀ, ਉਹ ਤੁਹਾਡੀ ਬੈਂਤ ਛੰਦ ਦੇ ਵਿੱਚ ਦੋਨੇ ਹੀ ਪੁਸਤਕਾਂ। ਹਾਂਜੀ, ਉਹ ਸਾਰੀ ਬੈਂਤ ਛੰਦ ਦੇ ਵਿੱਚ ਹੈਗੀ ਆ। ਉਹ 420 ਪੇਜ ਦੀ ਹੈਗੀ ਆ, ਕਿਸ ਬਿੱਦ ਲਈ ਆਜ਼ਾਦੀ, ਵੀ ਆਜ਼ਾਦੀ ਲਈ ਕਿੱਥੋਂ ਕਿੱਥੋਂ ਸ਼ੁਰੂ ਹੋਈ। ਉਹਦੇ ਵਿੱਚ ਬੰਦਾ ਬਹਾਦਰ ਜੀ ਤੋਂ ਸ਼ੁਰੂ ਹੋਏ ਆ, ਤੇ ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਨੇ ਕਿੰਨੀਆਂ ਲੜਾਈਆਂ ਲੜੀਆਂ, ਉਹਨਾਂ ਸਾਰਾ ਜੀਵਨ
ਤੇ ਉਸ ਤੋਂ ਬਾਅਦ 100 ਸਾਲ ਸਿੰਘਾਂ ਨੇ ਕਿਵੇਂ ਸੰਘਰਸ਼ ਕੀਤਾ ਤੇ ਕਰਦੇ ਕਰਦੇ ਵੀ ਕਿਵੇਂ ਫਿਰ ਅਸੀਂ ਆਜ਼ਾਦ ਹੋਏ। ਤੇ ਦੂਸਰਾ ਮਹਾਰਾਣੀ ਜਿੰਦਾ। ਮਹਾਰਾਣੀ ਜਿੰਦਾ ਫਿਰ ਜਦੋਂ ਬੰਦੇ ਕਈ ਤੁਹਾਡੇ ਵਰਗੇ ਜਿਹੜੇ ਬਹੁਤ ਚੰਗੇ ਵਧੀਆ ਮੇਰੇ ਇਨਸਾਨ ਸੀਗੇ, ਲੇਖਕ ਸੀਗੇ, ਕਵੀ ਸੀਗੇ, ਉਹਨਾਂ ਨੇ ਕਿਹਾ ਵਾਰਡ ਸਾਹਿਬ ਵੀ ਤੁਸੀਂ ਦੱਸ ਤਾ ਵੀ ਆਜ਼ਾਦੀ ਲਈ ਕਿਵੇਂ। ਇਹ 10 ਸਾਲਾਂ 'ਚ ਗਈ, ਫਿਰ ਗਈ ਕਿਵੇਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ। ਮਹਾਰਾਜਾ ਰਣਜੀਤ ਦੇ ਰਾਜ ਤੋਂ ਬਾਅਦ, ਆਜ਼ਾਦੀ ਤੋਂ ਮਤਲਬ ਤੁਹਾਡਾ ਸਿੱਖ ਰਾਜ ਜਦੋਂ ਆਇਆ। ਸਿੱਖ ਰਾਜ ਦੀ ਗੱਲ ਕਰਦਾ ਮੈਂ। ਤੇ ਉਹ ਫਿਰ ਮੈਂ ਅਣਖ ਪੰਜਾਬ ਦੀ ਮਹਾਰਾਣੀ ਜਿੰਦਾ, ਇਹ ਮਹਾਕਾਵਿ ਲਿਖਿਆ। ਇਹ ਵੀ 200 ਪੇਜ ਦਾ ਹੈਗਾ ਤੇ ਇਹ ਵੀ ਬੈਨ ਸ਼ਾਮ ਦੇ ਵਿੱਚ। ਤੇ 2 ਕਹਾਣੀ ਸੰਗ੍ਰਹਿ ਨੇ ਮੇਰੇ ਤੇ ਬਾਕੀ ਕਾਵਿ ਸੰਗ੍ਰਹਿ ਨੇ। ਕਾਵਿ ਸੰਗ੍ਰਹਿ ਨੇ। ਤੇ ਅੱਜ ਕੱਲ੍ਹ ਜਿਸ ਤਰ੍ਹਾਂ ਕਰੋਨਾ ਦਾ ਪ੍ਰਭਾਵ ਚੱਲ ਰਿਹਾ ਤੇ ਇਹਦੇ ਨਾਲ ਨਾਲ ਸਾਡਾ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿਸਾਨੀ ਸੰਘਰਸ਼ ਵੀ ਚੱਲ ਰਿਹਾ। ਇਹਨਾਂ 2 ਚੀਜ਼ਾਂ ਨੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ? ਆ ਦੇਖੋ ਗਿੱਲ ਸਾਹਿਬ, ਜਿਹੜਾ ਸਾਹਿਤਕਾਰ ਹੈ, ਜਿਹੜਾ ਲੇਖਕ ਹੈ, ਉਹ ਸਮੇਂ ਨਾਲ ਤੁਰਦਾ। ਜਿਵੇਂ ਆਪਾਂ ਕਿਸੇ ਰਾਹ 'ਤੇ ਤੁਰੇ ਜਾਂਦੇ ਹਾਂ, ਉਹ ਰਾਹ ਦੇ ਵਿੱਚ ਆਣ ਵੀ ਆਉਂਦੀ ਹੈ, ਨਿਵਾਣ ਆਉਂਦੀ ਹੈ, ਪਾਣੀ ਆਉਂਦਾ ਤੇ ਮੌਸਮਾਂ ਬਦਲਦੀਆਂ ਰਾਹ ਦੇ ਵਿੱਚ ਹੀ। ਇੱਕ ਨਹੀਂ ਸਾਡੀ ਜਿਹੜਾ ਜਦੋਂ ਆਪਾਂ ਚੱਲਦੇ ਹਾਂ ਤੇ ਜਿਹੜਾ ਸਾਹਿਤਕ ਥੋੜ੍ਹਾ ਸਫ਼ਰ ਹੈ ਉਹ ਥੋੜ੍ਹੇ ਨਾਲ ਨਾਲ ਚੱਲਦਾ। ਜੋ ਸਥਿਤੀਆਂ ਪੈਦਾ ਹੁੰਦੀਆਂ ਸਮੇਂ ਦੇ ਮੁਤਾਬਕ, ਉਹ ਲੇਖਣੀ ਨੂੰ ਪ੍ਰਭਾਵਿਤ ਕਰਦੀ, ਉਹ ਲੇਖ ਨੂੰ ਪ੍ਰਭਾਵਿਤ ਕਰਦੇ। ਫਿਰ ਉਹਦੇ ਉੱਤੇ ਜਿਹੜੇ ਕਵੀ ਨੇ, ਲੇਖਕ ਨੇ ਲਿਖਦੇ ਨੇ, ਫਿਰ ਉਹ ਇਤਿਹਾਸ ਬਣਦਾ। ਕਹਿੰਦਾ ਜਾਂ ਤੂੰ ਨਾ ਚੰਦ ਹੋਵਣਾ, ਹੁਣ ਇਹ ਸ਼ਲੋਕ ਲਿਖਤਾਂ ਨੇ ਰਹਿ ਜਾਂਦੀਆਂ ਤੇ ਮੁੱਕ ਜਾਂਦੇ ਨੇ ਲੋਕ। ਬਾਗੜੀ ਸਾਹਿਬ, ਸਮੇਂ ਦੀ ਮਜਬੂਰੀ ਆ, ਬਹੁਤ ਛੇਤੀ ਵਕਤ ਬੀਤ ਜਾਂਦਾ। ਅੰਤ ਦੇ ਵਿੱਚ ਕੁਝ ਕਹਿਣਾ ਚਾਹੋਗੇ? ਅੰਤ ਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਜੀ ਵੀ ਆਪਾਂ ਇੱਥੇ ਆਏ ਹੈਗੇ ਆ ਤੇ ਸਾਨੂੰ ਸਾਰੀ ਲੈਂਗੁਏਜਾਂ ਸਿੱਖਣੀਆਂ ਚਾਹੀਦੀਆਂ ਨੇ। ਉਹਦੇ ਨਾਲ ਨਾਲ ਸਾਨੂੰ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ, ਸਾਨੂੰ ਆਪ ਵੀ ਜੁੜਨਾ ਚਾਹੀਦਾ, ਸਾਡੇ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ। ਸਾਡੇ ਬੱਚੇ ਜਿੰਨੀਆਂ ਭਾਸ਼ਾਵਾਂ ਜ਼ਿਆਦਾ ਸਿੱਖਣਗੇ ਉਹਨੇ ਉਹ ਸਮਾਰਟ ਹੋਣਗੇ, ਦਿਮਾਗੀ ਤੌਰ 'ਤੇ ਵੀ ਉਹਨਾਂ ਦਾ ਪੱਧਰ ਉੱਚਾ ਹੋਊਗਾ ਤੇ ਬਾਕੀ ਸੈੱਟ ਹੋਣ ਨੂੰ ਵੀ ਉਹ ਚੰਗੇ ਹੋਣਗੇ। ਵੀ ਇਸ ਲਈ ਸਾਨੂੰ ਆਪਦੇ ਸਾਹਿਤ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਤੇ ਬਾਕੀ ਇਹ ਤਾਂ ਤੁਹਾਨੂੰ ਪਤਾ ਹੀ ਹੈਗਾ ਵੀ ਪੰਜਾਬੀ ਜਿੱਥੇ ਜਾਂਦੇ ਨੇ ਕਿਰਤਾਂ ਕਰਨ ਦੀ ਆਦਤ ਹੈਗੀ ਆ, ਸੱਚੀਆਂ ਕਿਰਤਾਂ ਕਰਦੇ ਨੇ ਤੇ ਵੰਡ ਕੇ ਛਕਦੇ ਨੇ ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਮਨਾਉਂਦੇ ਆ। ਬਾਬੇ ਨੇ ਸਾਨੂੰ ਬਹੁਤ ਕਮਾਲ ਦੀਆਂ ਗੱਲਾਂ ਸਿਖਾਈਆਂ ਹੋਈਆਂ ਨੇ। ਅੱਜ ਇਸ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਹਾਂ, ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਫੇਰ ਮਿਲਾਂਗੇ। ਉਦੋਂ ਤੱਕ ਲਈ ਬਹੁਤ ਹੀ ਪਿਆਰ ਤੇ ਸਤਿਕਾਰ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।